इस वीडियो के राਹੀਂ ਅਸੀਂ ਸ਼੍ਰੇਣੀ 7ਵੀਂ ਪਾਠ ਨੰਬਰ 2 ਧਰਤੀ ਦਾ ਅੰਦਰੂਨੀ ਅਤੇ ਬਾਹਰਲਾ ਭਾਗ ਰੂਪ ਦ ਇੰਟਰਨਲ ਐਂਡ ਦ ਐਕਸਟਰਨਲ ਫੇਸ ਆਫ ਦ ਅਰਥ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਦੋਹਾਂ ਹੀ ਮੀਡੀਅਮ ਵਿੱਚ ਕਰਾਂਗੇ ਤਾਂ ਜੋ ਜਿਹੜੇ ਵਿਦਿਆਰਥੀ ਅੰਗਰੇਜ਼ੀ ਮੀਡੀਅਮ ਰਾਹੀਂ ਪੜ੍ਹ ਰਹੇ ਹਨ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਅਤੇ ਉਹ ਬਿਲਕੁਲ ਖੱਬੇ ਹੱਥ ਪੰਜਾਬੀ ਮੀਡੀਅਮ ਸੱਜੇ ਹੱਥ ਅੰਗਰੇਜ਼ੀ ਮੀਡੀਅਮ ਦੋਨੋਂ ਪਾਸੇ ਉਹ ਦੇਖ ਕੇ ਆਪਣੇ ਕੁਐਸਚਨ ਯਾਦ ਕਰ ਸਕਦੇ ਨੇ ਕਿਉਂਕਿ ਕਈ ਵਾਰ ਬੱਚਿਆਂ ਨੂੰ ਜਦੋਂ ਉਹ ਇੰਗਲਿਸ਼ ਮੀਡੀਅਮ 'ਚ ਪੜ੍ਹਦੇ ਨੇ ਤਾਂ ਪੰਜਾਬੀ ਘੱਟ ਸਮਝ ਆਉਂਦੀ ਆ ਤਾਂ ਉਹ ਇੱਧਰੋਂ ਇਹ ਪੰਜਾਬੀ ਜੋ ਖੱਬੇ ਹੱਥ ਕੁਐਸਚਨ ਪੰਜਾਬੀ 'ਚ ਲਿਖੇ ਨੇ ਉਹਨਾਂ ਲਈ ਬੜੇ ਹੀ ਹੈਲਪਫੁਲ ਹੋਣਗੇ। ਮੈਂ ਇਹ ਸਮਝਦਾ ਹਾਂ ਕਿ ਵਿਦਿਆਰਥੀ ਵਧੀਆ ਪੜ੍ਹ ਸਕਣਗੇ। ਧਰਤੀ ਦੇ ਕਿੰਨੇ ਖੋਲ ਹਨ ਇਹਨਾਂ ਦੇ ਨਾਂ ਦੱਸੋ। ਹਾਊ ਮੈਨੀ ਸੈਲਸ ਆਫ ਦਾ ਅਰਥ ਆਰ ਦੇਅਰ। ਧਰਤੀ ਦੇ 3 ਖੋਲ ਹਨ। ਅਰਥ ਇਜ਼ ਮੇਡ ਅਪ ਆਫ 3 ਸੈਲਸ। ਧਰਤੀ ਦਾ ਚਾਪੜ ਜਿਸ ਨੂੰ ਅਸੀਂ ਕਰਸਟ, ਧਰਤੀ ਦੇ ਚਾਪੜ ਨੂੰ ਅਸੀਂ ਸਿਆਲ ਕਹਿੰਦੇ ਹਾਂ ਜੋ ਕਿ ਸਿਲੀਕਾਨ ਅਤੇ ਐਲੂਮੀਨੀਅਮ ਤੋਂ ਬਣਿਆ ਹੈ। ਮੈਂਟਲ ਜਿਸ ਨੂੰ ਸੀਮਾ, ਸਿਲੀਕਾਨ ਅਤੇ ਮੈਗਨੀਸ਼ੀਅਮ ਤੋਂ ਬਣਿਆ ਮੈਂਟਲ। ਤੀਜਾ ਕੇਂਦਰੀ ਭਾਗ ਨਾਈਫ ਜਿਸ ਨੂੰ ਅਸੀਂ ਇਨਰ ਮੋਸਟ ਪਾਰਟ ਕੋਰ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਇਸ ਨੂੰ ਅਸੀਂ ਧਰਤੀ ਦਾ ਚਾਪੜ, ਮੈਂਟਲ ਅਤੇ ਕੇਂਦਰੀ ਭਾਗ ਜਾਂ ਸਿਆਲ, ਸੀਮਾ, ਨਾਈਫ। ਅੰਗਰੇਜ਼ੀ ਅਸੀਂ ਕਰਸਟ ਜੋ ਜੇਕਰ ਅਸੀਂ ਪਿਛਲੀ ਜੋ ਸਾਡੇ ਚਿੱਤਰ ਹੈ ਜੋ ਬਿਲਕੁਲ ਬਾਹਰਲਾ ਭਾਗ ਹੈ, ਬਾਹਰਲਾ ਭਾਗ ਇਸ ਨੂੰ ਅਸੀਂ ਕਰਸਟ ਕਹਿੰਦੇ ਹਾਂ। ਉਸ ਤੋਂ ਅੰਦਰਲੇ ਭਾਗ ਨੂੰ ਅਸੀਂ ਮੈਂਟਲ ਕਹਿੰਦੇ ਹਾਂ ਭਾਵ ਸੀਮਾ। ਇਹ ਸਿਲੀਕਾਨ ਤੋਂ ਮੈਗਨੀਸ਼ੀਅਮ ਤੋਂ ਬਣੀ ਆ ਅਤੇ ਬਿਲਕੁਲ ਅੰਦਰਲੇ ਭਾਗ ਨੂੰ ਅਸੀਂ ਕਹਿੰਦੇ ਹਾਂ ਕੋਰ ਜੋ ਕਿ ਨਾਈਫ, ਨਿੱਕਲ ਅਤੇ ਲੋਹੇ ਤੋਂ ਬਣੀ ਹੋਈ ਹੈ। ਇਸ ਤਰ੍ਹਾਂ ਤੁਹਾਡਾ ਪਹਿਲਾ ਕੁਐਸਚਨ। ਅਗਲਾ, ਧਰਤੀ 'ਤੇ ਕਿੰਨੇ ਪ੍ਰਕਾਰ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ। ਹਾਊ ਮੈਨੀ ਟਾਈਪਸ ਆਫ ਰੌਕਸ ਆਰ ਫਾਊਂਡ ਔਨ ਦਾ ਅਰਥ। 3 ਪ੍ਰਕਾਰ ਦੀਆਂ। ਜੇਕਰ ਅਸੀਂ ਇਹਨਾਂ ਦੀ ਉਤਪਤੀ, ਅਸੀਂ ਇਹਨਾਂ ਦੀ ਬਣਤਰ ਦੇ ਆਧਾਰ 'ਤੇ ਅਸੀਂ ਇਹਨਾਂ ਬਾਰੇ ਸੋਚੀਏ ਕਿ ਇਹਨਾਂ ਚਟਾਨਾਂ ਨਿਰਮਾਣ ਦੇ ਆਧਾਰ 'ਤੇ, ਜੇਕਰ ਨਿਰਮਾਣ ਦੇ ਆਧਾਰ 'ਤੇ ਅਸੀਂ ਦੇਖੀਏ ਤਾਂ ਨਿਰਮਾਣ ਦੇ ਆਧਾਰ 'ਤੇ 3 ਪ੍ਰਕਾਰ ਦੀਆਂ ਅਗਨੀਅਸ ਚਟਾਨਾਂ, ਇਗਨੀਅਸ ਰੌਕਸ, ਤਲਛਟੀ ਜਾਂ ਤਹਿਦਰ ਚਟਾਨਾਂ, ਸੈਡੀਮੈਂਟਰੀ ਰੌਕਸ, ਰੂਪਾਂਤਰਿਤ ਚਟਾਨਾਂ, ਮੈਟਾਮੋਰਫਿਕ ਰੌਕ। ਇਹ 3 ਤਰ੍ਹਾਂ ਦੀਆਂ ਚਟਾਨਾਂ ਪਾਈਆਂ ਜਾਂਦੀਆਂ ਹਨ। ਜੇਕਰ ਅਸੀਂ ਇਹਨਾਂ ਚਟਾਨਾਂ ਦੇ ਕਾਹਦੇ ਆਧਾਰ 'ਤੇ ਕਰਾਂਗੇ, ਅਸੀਂ ਨਿਰਮਾਣ ਦੇ ਆਧਾਰ 'ਤੇ। ਨਿਰਮਾਣ ਭਾਵ ਕਿਸ ਤਰ੍ਹਾਂ ਇਹ ਬਣੀਆਂ, ਔਨ ਦਾ ਬੇਸਿਸ ਆਫ ਦੇਅਰ ਫੋਰਮੇਸ਼ਨ। ਔਨ ਦਾ ਬੇਸਿਸ ਆਫ ਦੇਅਰ ਫੋਰਮੇਸ਼ਨ ਇਹ ਕਿਸ ਤਰ੍ਹਾਂ ਬਣੀਆਂ। ਤਾਂ ਅਗਨੀ ਚਟਾਨਾਂ ਜਿਹਨੂੰ ਅਸੀਂ ਪ੍ਰਾਇਮਰੀ ਰੌਕਸ ਵੀ ਕਹਿ ਦਿੰਦੇ ਹਾਂ, ਫਿਰ ਸੈਡੀਮੈਂਟਰੀ ਅਤੇ ਫਿਰ ਰੂਪਾਂਤਰਿਤ। ਰੂਪਾਂਤਰਿਤ ਸਭ ਤੋਂ ਤੀਜੀ ਕਿਸਮ ਦੀਆਂ ਚਟਾਨਾਂ ਹਨ। ਧਰਤੀ ਦੇ ਮੈਂਟਲ ਭਾਗ ਬਾਰੇ ਲਿਖੋ। ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ ਸਭ ਤੋਂ ਹੇਠਾਂ ਧਰਤੀ ਦਾ ਚਾਪੜ ਜਿਸ ਨੂੰ ਅਸੀਂ ਸਿਆਲ ਕਹਿੰਦੇ ਹਾਂ ਜਾਂ ਅਸੀਂ ਜਿਸ ਨੂੰ ਕਰਸਟ ਕਹਿੰਦੇ ਹਾਂ। ਉਸ ਤੋਂ ਅੱਗੇ ਧਰਤੀ ਦੀ ਉੱਪਰਲੀ ਪਰਤ ਦੇ ਹੇਠਾਂ 2900 ਕਿਲੋਮੀਟਰ ਦੀ ਦੂਰੀ ਤੱਕ ਮੈਂਟਲ ਭਾਗ ਹੈ। ਇਸ ਭਾਗ ਵਿੱਚ ਸਿਲੀਕਾਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਸ ਨੂੰ ਸੀਮਾ ਵੀ ਕਹਿੰਦੇ ਹਾਂ, ਸਿਲੀਕਾਨ ਅਤੇ ਮੈਗਨੀਸ਼ੀਅਮ। ਦ ਮੈਂਟਲ ਇਜ਼ 2900 ਕਿਲੋਮੀਟਰ ਬਿਲੋ ਦ ਸਰਫੇਸ ਆਫ ਅਰਥ। It is also called Sima due to its high content of silicon and magnesium. ਜੇਕਰ ਚਿੱਤਰ ਰਾਹੀਂ ਧਰਤੀ ਦੀਆਂ ਪਰਤਾਂ ਦੇਖੀਏ ਅਸੀਂ ਤਾਂ ਸਭ ਤੋਂ ਬਾਹਰਲੀ ਪਰਤ ਨੂੰ ਅਸੀਂ ਕਹਿੰਦੇ ਹਾਂ, ਕੀ ਕਹਿੰਦੇ ਹਾਂ, ਧਰਤੀ ਦਾ ਚਾਪੜ ਜਾਂ ਕਰਸਟ। ਫਿਰ ਅਸੀਂ ਜੋ ਉਸ ਤੋਂ ਅਗਲਾ ਹੈ ਉਸ ਨੂੰ ਮੈਂਟਲ ਜਾਂ ਸੀਮਾ, ਸਿਲੀਕਾਨ ਅਤੇ ਮੈਗਨੀਸ਼ੀਅਮ ਦੀ ਬਣੀਆਂ। ਬਿਲਕੁਲ ਅੰਦਰਲੇ ਭਾਗ ਨੂੰ ਅਸੀਂ ਕੇਂਦਰੀ ਭਾਗ ਜਾਂ ਜਿਸ ਨੂੰ ਅਸੀਂ ਨਾਈਫ ਜਾਂ ਜਿਸ ਨੂੰ ਅਸੀਂ ਕੋਰ ਕਹਿੰਦੇ ਹਾਂ ਭਾਵ ਇਹ ਨਾਈਫ ਭਾਵ ਨਿੱਕਲ ਅਤੇ ਲੋਹੇ ਤੋਂ ਬਣੀ ਹੋਈ ਹੈ। ਇਸ ਤੋਂ ਅਗਲਾ ਕੁਐਸਚਨ, ਧਰਤੀ ਦੇ ਅੰਦਰੂਨੀ ਭਾਗ ਨੂੰ ਕੀ ਕਹਿੰਦੇ ਹਨ। ਇਹ ਕਿਹੜੇ ਤੱਤਾਂ ਦਾ ਬਣਿਆ ਹੋਇਆ ਹੈ। ਵਾਈ ਵਿੱਚ ਨੇਮ ਦਾ ਇਨਰ ਮੋਸਟ ਪਾਰਟ ਆਫ ਦਾ ਅਰਥ ਕਾਲਡ। ਵਟ ਆਰ ਦਾ ਕੰਪੋਨੈਂਟਸ ਆਫ ਦਿਸ ਪਾਰਟ। ਧਰਤੀ ਦੇ ਅੰਦਰੂਨੀ ਭਾਗ ਨੂੰ ਨਾਈਫ ਆਖਦੇ ਹਨ। ਇਹ ਪਰਤ ਨਿੱਕਲ ਅਤੇ ਲੋਹੇ ਤੋਂ ਬਣੀ ਜਿਵੇਂ ਨਾਈਫ। ਦ ਇਨਰ ਪਾਰਟ ਆਫ ਦਾ ਅਰਥ ਇਜ਼ ਕਾਲਡ ਨਾਈਫ। ਜਿਵੇਂ ਨਾਈਫ Ni, ਨਿੱਕਲ Fe, ਫੈਰਸ ਭਾਵ ਲੋਹਾ। ਦ ਕੰਪੋਨੈਂਟਸ ਆਫ ਦਿਸ ਪਾਰਟ ਆਰ ਨਿੱਕਲ ਐਂਡ ਫੈਰਸ। Ni ਤੋਂ ਬਣ ਗਿਆ ਨਾਈਫ ਨਿੱਕਲ ਅਤੇ Fe ਤੋਂ ਬਣ ਗਿਆ ਫੈਰਸ ਭਾਵ ਆਇਰਨ ਲੋਹਾ। ਨਿੱਕਲ ਅਤੇ ਫੈਰਸ ਕਹਿੰਦੇ ਆ ਅਸੀਂ ਲੋਹੇ ਨੂੰ। ਧਰਤੀ ਨੂੰ ਭੂ ਖੁਰਨ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਹਾਊ ਕੈਨ ਵੀ ਅਵਾਇਡ ਸੋਇਲ ਇਰੋਜ਼ਨ। ਵੱਧ ਤੋਂ ਵੱਧ ਦਰੱਖਤ ਲਗਾ ਕੇ, ਕਿਉਂਕਿ ਦਰੱਖਤ
ਜੋ ਮਿੱਟੀ ਹੈ ਉਸ ਨੂੰ ਆਪਣੇ ਨਾਲ ਪਕੜ ਮਜ਼ਬੂਤ ਤੌਰ 'ਤੇ ਆਪਣੇ ਨਾਲ ਬੰਨ੍ਹੀ ਰੱਖਦੇ ਹਨ। ਪਲਾਂਟਿੰਗ ਐਜ਼ ਮੈਨੀ ਐਜ਼ ਟਰੀਜ਼ ਐਜ਼ ਪੋਸੀਬਲ, ਖੇਤੀਬਾੜੀ ਦੇ ਵਧੀਆ ਢੰਗ ਅਪਣਾ ਕੇ, ਭਾਵ ਖੇਤੀਬਾੜੀ ਦੇ ਵਧੀਆ ਢੰਗ ਜਿਸ ਨਾਲ ਭੂ ਖੋਰ ਘੱਟ ਹੋਵੇ, ਪਾਣੀ ਦੀ ਦੁਰਵਰਤੋਂ ਘੱਟ ਹੋਵੇ। ਤਾਂ ਅਡੋਪਟਿੰਗ ਬੈਟਰ ਐਗਰੀਕਲਚਰ ਪ੍ਰੈਕਟਿਸ, ਪਸ਼ੂ ਚਰਾਉਣਾ ਘਟਾ ਕੇ, ਚੈਕਿੰਗ ਓਵਰ ਗ੍ਰੇਜ਼ਿੰਗ, ਕਿਉਂਕਿ ਪਹਿਲਾਂ ਚਰਾਂ ਗਾਹਾਂ ਹੁੰਦੀਆਂ ਸਨ। ਭਾਰਤ ਦੇ ਜੋ ਸਾਡੇ ਭਾਰਤ ਦਾ ਖੇਤਰਫਲ ਹੈ ਉਸਦੇ 4% ਹਿੱਸੇ ਉੱਤੇ ਚਰਾਂ ਗਾਹਾਂ ਪਾਈਆਂ ਜਾਂਦੀਆਂ ਨੇ। ਇਹਨਾਂ ਚਰਾਂ ਗਾਹਾਂ ਉੱਤੇ ਲੋਕ ਆਪਣੇ ਪਸ਼ੂਆਂ ਨੂੰ ਚਾਰਦੇ ਸਨ, ਜਿਸ ਕਰਕੇ ਉੱਥੇ ਜੋ ਵੀ ਹਰਾ ਭਰਿਆ ਹੁੰਦਾ ਸੀ ਪਸ਼ੂ ਉਹਨਾਂ ਨੂੰ ਚਰ ਜਾਂਦੇ ਸਨ, ਅਤੇ ਤਾਂ ਕਰਕੇ ਉੱਥੇ ਭੂ ਖੋਰ ਹੁੰਦਾ, ਸੋਇਲ ਇਰੋਜ਼ਨ ਹੁੰਦਾ, ਤਾਂ ਉਸ ਨੂੰ ਵੀ ਹੁਣ ਰੋਕਿਆ ਗਿਆ ਹੈ। ਉਸ ਤੋਂ ਬਾਅਦ 50 ਤੋਂ 60 ਸ਼ਬਦਾਂ ਵਾਲੇ ਆਨਸਰ ਆ ਗਏ। ਪਹਿਲਾ ਕੁਐਸਚਨ, ਅਗਨੀ ਚਟਾਨਾਂ ਕਿਸ ਨੂੰ ਆਖਦੇ ਹਨ? ਵਟ ਆਰ ਇਗਨੀਅਸ ਰੌਕਸ? ਇਹ ਕਿੰਨੇ ਪ੍ਰਕਾਰ ਦੀਆਂ ਹਨ? ਹਾਊ ਮੈਨੀ ਟਾਈਪਸ ਆਰ ਦੇਅਰ ਇਨ ਦਿਸ ਰੌਕਸ? ਅੰਤਰਵੇਦੀ ਚਟਾਨਾਂ ਬਾਰੇ ਲਿਖੋ। ਰਾਈਟ ਅਬਾਊਟ ਇੰਟਰਸਟਿਵ ਰੌਕਸ, ਕਿਉਂਕਿ ਜੋ ਚਟਾਨਾਂ ਨੇ, ਜੋ ਅਗਨੀ ਚਟਾਨਾਂ ਨੇ, ਇਹ ਦੋ ਪ੍ਰਕਾਰ ਦੀਆਂ ਨੇ, ਅੰਤਰਵਰਤੀ ਅਤੇ ਬਾਹਰਵੇਦੀ। ਅਗਨੀ ਚਟਾਨਾਂ ਉਹ ਚਟਾਨਾਂ ਹਨ ਜਿਨ੍ਹਾਂ ਦਾ ਨਿਰਮਾਣ ਪ੍ਰਿਥਵੀ ਦੇ ਅੰਦਰੂਨੀ ਭਾਗਾਂ ਵਿੱਚ ਮਿਲਦੇ ਅਤਿਅੰਤ ਅਤੇ ਪਿਘਲੇ ਹੋਏ ਤਰਲ ਲਾਵੇ ਦੇ ਠੰਡਾ ਹੋ ਕੇ ਠੋਸ ਹੋਣ ਨਾਲ ਹੋਇਆ ਹੈ। ਧਰਤੀ ਦੇ ਅੰਦਰ ਜੋ ਮੈਗਮਾ ਹੈ, ਜੋ ਤਰਲ ਹੈ, ਉਹ ਉਬਲ ਰਿਹਾ ਹੈ, ਉਸ ਦੇ ਠੰਡਾ ਹੋਣ ਨਾਲ ਜਦੋਂ ਠੰਡਾ ਹੋ ਜਾਂਦਾ ਹੈ ਤਾਂ ਉਸ ਨਾਲ ਕੀ ਬਣਦੀਆਂ ਨੇ? ਅਗਨੀ ਚਟਾਨਾਂ। ਇਸ ਗਰਮ ਤਰਲ ਨੂੰ ਮੈਗਮਾ ਆਖਦੇ ਹਨ। ਦ ਇਗਨੀਅਸ ਰੌਕਸ ਆਰ ਫਾਰਮਡ ਆਊਟ ਆਫ ਕੂਲਿੰਗ ਆਫ ਦਾ ਹੌਟ ਐਂਡ ਲਿਕੁਇਡ ਮਟੀਰੀਅਲ ਫਰੋਮ ਦਾ ਇੰਟੀਰੀਅਰ ਆਫ ਅਰਥ। ਦਾ ਹੌਟ ਲਿਕੁਇਡ ਇਜ਼ ਕਾਲਡ ਮੈਗਮਾ, ਉਸਨੂੰ ਅਸੀਂ ਮੈਗਮਾ ਕਹਿੰਦੇ ਹਾਂ। ਦੀਜ਼ ਰੌਕਸ ਆਰ ਟੂ ਟਾਈਪਸ, ਇੰਟਰਸਟਿਵ ਐਂਡ ਐਕਸਟ੍ਰੈਕਟਿਵ, ਅੰਤਰਵੇਦੀ ਅਤੇ ਬਾਹਰਵੇਦੀ। ਜੋ ਅੰਤਰਵੇਦੀ ਹਨ ਉਹ ਵੀ ਅੱਗੇ ਦੋ ਪ੍ਰਕਾਰ ਦੀਆਂ ਨੇ, ਇੱਕ ਪਤਾਲੀ, ਇੱਕ ਮੱਧਵਰਤੀ। ਪਤਾਲੀ ਵਿੱਚ ਕਿਹੜੀਆਂ ਆ ਜਾਂਦੀਆਂ ਨੇ? ਗ੍ਰੇਨਾਈਟ ਅਤੇ ਗੈਬਰੋ। ਅਤੇ ਮੱਧਵਰਤੀ 'ਚ ਕਿਹੜੀਆਂ ਆ ਜਾਂਦੀਆਂ ਨੇ ਸਾਡੀਆਂ? ਡਾਈਕ, ਸਿੱਲ, ਡੋਲੇਰਾਈਟ ਵਗੈਰਾ, ਉਹ ਮੱਧਵਰਤੀ ਚਟਾਨਾਂ ਵਿੱਚ ਆ ਜਾਂਦੀਆਂ ਨੇ। ਸਾਨੂੰ ਇਹਨਾਂ ਨੇ ਕਿਹਾ ਹੈਗਾ ਅੰਤਰਵੇਦੀ ਪੜ੍ਹਨ ਦੇ ਲਈ ਇੰਟਰਸਟਿਵ, ਤਾਂ ਅਸੀਂ ਦੇਖ ਸਕਦੇ ਹਾਂ ਇਹਨਾਂ ਚਟਾਨਾਂ ਦਾ ਨਿਰਮਾਣ ਧਰਤੀ ਦਾ ਅੰਦਰੂਨੀ ਭਾਗ ਹੈ ਮੈਗਮਾ, ਬਿਲਕੁਲ ਇੱਕ ਕੀਪ, ਇੱਕ ਫਨਲ ਦੀ ਸ਼ੇਪ ਦੇ ਵਿੱਚ ਧਰਤੀ ਦੇ ਤੋਂ ਬਾਹਰ ਨਿਕਲਦਾ ਹੈ, ਅਤੇ ਇਸ ਤਰ੍ਹਾਂ ਇੱਕ ਇਹ ਤਿਕੋਣ ਜਿਹੀ ਬਣਾ ਲੈਂਦਾ ਹੈ, ਤਿਕੋਣ ਜਿਹੀ ਪਿਰਾਮਿਡ ਜਿਹਾ ਬਣਾ ਲੈਂਦਾ ਹੈ। ਇਗਨੀਅਸ ਰੌਕਸ ਅਤੇ ਅਗਨੀ ਚਟਾਨਾਂ ਸਭ ਤੋਂ ਮੁੱਢਲੀਆਂ ਚਟਾਨਾਂ ਹਨ। ਅੰਤਰਵੇਦੀ ਚਟਾਨਾਂ, ਇੰਟਰਸਟਿਵ ਇਗਨੀਅਸ ਰੌਕਸ, ਮੈਗਮਾ ਦੇ ਧਰਤੀ ਦੇ ਅੰਦਰ ਹੀ ਠੰਡਾ ਹੋ ਕੇ ਬਣਨ ਵਾਲੀ ਚਟਾਨਾਂ ਨੂੰ ਅੰਤਰਵੇਦੀ ਅਗਨੀ ਚਟਾਨਾਂ ਆਖਦੇ ਹਨ। ਰੌਕਸ ਫੋਰਮਡ ਬਾਈ ਦਾ ਕੂਲਿੰਗ ਆਫ ਦਾ ਮੈਗਮਾ ਇਨ ਦਾ ਇੰਟੀਰੀਅਰ ਆਫ ਦਾ ਅਰਥ ਕਾਲਡ ਇੰਟਰਸਟਿਵ ਰੌਕਸ, ਭਾਵ ਧਰਤੀ ਦੇ ਅੰਦਰੂਨੀ ਭਾਗ ਦੇ ਵਿੱਚ ਹੀ, ਧਰਤੀ ਤੋਂ ਬਾਹਰ ਨਹੀਂ ਨਿਕਲਦੇ। ਇਹ ਚਟਾਨਾਂ ਵੀ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ, ਪਤਾਲੀ ਪਲੇਟੋਨਿਕ ਇਗਨੀਅਸ ਰੌਕਸ ਅਤੇ ਮੱਧਵਰਤੀ। ਇਸ ਤਰ੍ਹਾਂ ਇਹ ਵੀ ਚਟਾਨਾਂ ਅੱਗੇ ਦੋ ਪ੍ਰਕਾਰ ਦੀਆਂ ਹਨ। ਪਤਾਲੀ ਦੇ ਵਿੱਚ ਗ੍ਰੇਨਾਈਟ ਅਤੇ ਗੈਬਰੋ ਆ ਜਾਏਗਾ, ਅਤੇ ਮੱਧਵਰਤੀ ਦੇ ਵਿੱਚ ਕਿਹੜਾ ਆ ਜਾਏਗਾ? ਡਾਈਕ, ਸਿੱਲ, ਡੋਲੇਰਾਈਟ ਵਗੈਰਾ ਆ ਜਾਣਗੇ। ਪਤਾਲੀ ਅਗਨੀ ਚਟਾਨ, ਪਲੇਟੋਨਿਕ ਇਗਨੀਅਸ ਰੌਕਸ, ਇਹਨਾਂ ਦਾ ਨਿਰਮਾਣ ਮੈਗਮਾ ਦੇ ਪ੍ਰਿਥਵੀ ਦੇ ਅੰਦਰ ਬਹੁਤ ਡੂੰਘਾਈ ਅਤੇ ਸਖਤ ਰੂਪ ਧਾਰਨ ਕਰ ਲੈਣ ਨਾਲ ਹੁੰਦਾ ਹੈ, ਜਿਵੇਂ ਕਿ ਗ੍ਰੇਨਾਈਟ ਅਤੇ ਗੈਬਰੋ। ਦੀਜ਼ ਇਗਨੀਅਸ ਰੌਕਸ ਫੋਰਮਡ due to the cooling of the hot magma into hard solid in the deep interior of the earth like that is granite and gabbro। ਗ੍ਰੇਨਾਈਟ ਅਤੇ ਗੈਬਰੋ ਪਤਾਲੀ ਅਗਨੀ ਚਟਾਨ ਦੀਆਂ ਉਦਾਹਰਨਾਂ ਹਨ। ਮੱਧਵਰਤੀ, ਇਹਨਾਂ ਦਾ ਨਿਰਮਾਣ ਪ੍ਰਿਥਵੀ ਦੇ ਅੰਦਰ ਮੈਗਮੇ ਦੇ ਅੰਦਰ ਹੀ ਧਰਤੀ ਦੀਆਂ ਤਰੇੜਾਂ ਵਿੱਚ, ਭਾਵ ਬਿਲਕੁਲ ਡੂੰਘਾਈ 'ਤੇ ਨਹੀਂ, ਨਾ ਧਰਤੀ ਦੀ ਸਤ੍ਹਾ ਤੋਂ ਬਾਹਰ ਆਉਂਦਾ ਹੈ, ਨਾ ਬਿਲਕੁਲ ਡੂੰਘਾਈ 'ਤੇ, ਬਿਲਕੁਲ ਮੱਧ ਜੇ ਵਿੱਚ, ਤਾਂ ਇਸ ਨੂੰ ਅਸੀਂ ਮੱਧਵਰਤੀ ਚਟਾਨਾਂ ਆਖਦੇ ਹਨ, ਜਿਵੇਂ ਡਾਈਕ ਅਤੇ ਸਿੱਲ। ਦੀਜ਼ ਇਗਨੀਅਸ ਰੌਕਸ ਫੋਰਮ ਡਿਊ ਟੂ ਦਾ ਕੂਲਿੰਗ ਆਫ ਇੰਟਰਨਲ ਹੌਟ ਮੈਗਮਾ ਇਨ ਦਾ ਕਰੈਕਸ ਆਫ ਦਾ ਅਰਥ। ਧਰਤੀ ਦੇ ਵਿੱਚ ਜੋ ਤਰੇੜਾਂ ਹਨ, ਧਰਤੀ ਦੇ ਥੱਲੇ, ਉਸ ਵਿੱਚ ਫਸ ਜਾਂਦਾ ਹੈ ਅਤੇ ਚਟਾਨਾਂ ਬਣ ਜਾਂਦੀਆਂ, ਜਿਵੇਂ ਡਾਈਕ ਅਤੇ ਸਿੱਲ। ਤੁਸੀਂ ਇਸ ਚਿੱਤਰ ਰਾਹੀਂ ਦੇਖ ਸਕਦੇ ਹੋ, ਜੋ ਮੈਗਮਾ ਹੈ ਉਹ ਧਰਤੀ ਦੇ ਵਿੱਚ ਤਰੇੜਾਂ ਪਈਆਂ ਨੇ, ਤਰੇੜਾਂ, ਇਹਨਾਂ ਤਰੇੜਾਂ ਦੇ ਵਿੱਚ ਇਹ ਫਸ ਜਾਂਦਾ ਹੈ, ਇਹਨਾਂ ਕਰੈਕਸ ਦੇ ਵਿੱਚ ਇਹ ਫਸ ਜਾਂਦਾ ਹੈ, ਅਤੇ ਹੌਲੀ ਹੌਲੀ ਇਹ ਠੰਡਾ ਹੋ ਜਾਂਦਾ ਹੈ, ਅਤੇ ਠੰਡਾ ਹੋਣ ਨਾਲ ਕੀ ਬਣ ਜਾਂਦਾ ਹੈ? ਮੱਧਵਰਤੀ ਚਟਾਨਾਂ। ਮੱਧਵਰਤੀ ਚਟਾਨਾਂ ਬਣ ਜਾਂਦੀਆਂ ਨੇ, ਜਿਵੇਂ ਕਿ ਡਾਈਕ ਅਤੇ ਸਿੱਲ। ਤਹਿਦਾਰ ਚਟਾਨਾਂ ਕਿਸ ਨੂੰ ਆਖਦੇ ਹਨ? ਇਹ ਕਿੰਨੇ ਪ੍ਰਕਾਰ ਦੀਆਂ ਹਨ? ਵਟ ਆਰ ਸੈਡੀਮੈਂਟਰੀ ਰੌਕਸ? ਹਾਊ ਮੈਨੀ ਟਾਈਪਸ ਆਰ ਦੇਅਰ ਆਫ ਦੀਜ਼ ਰੌਕਸ?
ਇਹ ਚਟਾਨਾਂ ਵਹਿੰਦੇ ਪਾਣੀ, ਹਵਾ, ਹਿਮ ਨਦੀ ਆਦਿ ਦੁਆਰਾ ਲਿਆਂਦੀ ਗਈ ਸਮੱਗਰੀ ਤੇ ਨੀਵੀਆਂ ਥਾਵਾਂ 'ਤੇ ਜਮ੍ਹਾਂ ਹੋਣ ਨਾਲ ਬਣਦੀਆਂ ਹਨ। ਪਰਤਾਂ ਦੇ ਵਿੱਚ ਇਹ ਤਹਿਾਂ ਦੇ ਰੂਪ ਵਿੱਚ ਲੱਖਾਂ ਸਾਲਾਂ ਵਿੱਚ ਬਣਦੀਆਂ ਹਨ। ਰਚਨਾ ਦੇ ਆਧਾਰ 'ਤੇ ਇਹ ਦੋ ਪ੍ਰਕਾਰ ਦੀਆਂ ਹੁੰਦੀਆਂ ਨੇ, ਜੈਵਿਕ ਅਤੇ ਅਜੈਵਿਕ। These rocks are formed by the accumulation of low-lying material carried by flowing water, wind, glaciers, etc. They form in layers over millions of years. ਇਹਨਾਂ ਨੂੰ ਇਹ ਪਰਤਾਂ ਵਿੱਚ ਪਰਤਦਾਰ ਭਾਵ ਰਵਿਆਂ ਵਿੱਚ ਪਾਏ ਜਾਂਦੇ ਨੇ। ਕਹਿਣ ਦਾ ਭਾਵ ਇਹ ਤਹਿਾਂ ਦੇ ਰੂਪ ਵਿੱਚ ਪਾਏ ਜਾਂਦੇ ਨੇ। ਤਹਿ ਦੇ ਉੱਪਰ ਤਹਿ ਲੱਗ ਜਾਂਦੀ ਆ ਅਤੇ ਤਹਿਾਂ ਦੇ ਰੂਪ ਵਿੱਚ ਪਾਏ ਜਾਂਦੇ ਹਨ। On the basis of formation, the rocks are of two types, organic and inorganic. ਭਾਵ ਇਹ ਤਹਿਾਂ ਵਿੱਚ ਪਾਏ ਜਾਂਦੇ ਨੇ। ਤਹਿਾਂ ਦੇ ਵਿੱਚ ਤਾਂ ਦੇਖਦਾ ਥੋੜ੍ਹਾ ਥੋੜ੍ਹਾ ਪਾਣੀ ਵੀ ਸਿਮ ਸਕਦਾ, ਕੋਈ ਨਾ ਕੋਈ ਛੋਟਾ ਜਾਨਵਰ ਵੀ ਉਹਨਾਂ ਵਿੱਚ ਮਰ ਕੇ ਫਸ ਸਕਦਾ ਅਤੇ ਕੋਈ ਪੇੜ ਪੌਦਾ ਵੀ ਫਸ ਸਕਦਾ। ਤਾਂ ਕਰਕੇ ਸਾਰੀਆਂ ਇਹ ਜੋ ਪਰਤਾਂ ਨੇ ਤਹਿਦਾਰ ਚਟਾਨਾਂ ਨੇ ਅਤੇ ਇਹ ਤਹਿਾਂ ਦੇ ਵਿੱਚ ਪਾਈਆਂ ਜਾਂਦੀਆਂ ਹਨ। ਅਗਲਾ ਕੁਐਸਚਨ, ਰੂਪਾਂਤਰਿਤ ਚਟਾਨਾਂ ਬਾਰੇ ਲਿਖੋ। ਇਹਨਾਂ ਚਟਾਨਾਂ ਦੀਆਂ ਪ੍ਰਮੁੱਖ ਉਦਾਹਰਨਾਂ। ਰਾਈਟ ਅਬਾਊਟ ਮੈਟਾਮੋਰਫਿਕ ਰੌਕਸ, ਗਿਵ ਸਪੈਸੀਫਿਕ ਐਗਜ਼ਾਮਪਲ ਆਫ ਥੀਸ ਰੌਕਸ। ਇਹਨਾਂ ਦੀਆਂ ਅਸੀਂ ਉਦਾਹਰਨਾਂ ਵੀ ਦੇਣੀਆਂ ਨੇ, ਐਗਜ਼ਾਮਪਲ ਵੀ ਦੇਣੀਆਂ ਨੇ। ਧਰਤੀ ਦੇ ਤਾਪ ਅਤੇ ਦਬਾਅ ਦੇ ਕਾਰਨ ਧਰਤੀ ਦੇ ਤਾਪਮਾਨ ਅਤੇ ਦਬਾਅ ਦੇ ਕਾਰਨ ਅਗਨੀ ਅਤੇ ਤਹਿਦਾਰ ਚਟਾਨਾਂ ਦੇ ਰੂਪ ਵਿੱਚ ਪਰਿਵਰਤਨ ਆਉਣ ਨਾਲ ਨਵੀਆਂ ਚਟਾਨਾਂ ਨੂੰ ਕੀ ਕਹਿੰਦੇ ਨੇ, ਰੂਪਾਂਤਰਿਤ। ਐਜ਼ ਦਾ ਕੌਨਸ਼ੀਅਸ ਆਫ ਦਾ ਇਫੈਕਟ ਆਫ ਟੈਂਪਰੇਚਰ ਐਂਡ ਪ੍ਰੈਸ਼ਰ, ਜੇ ਤਾਂ ਗਰਮੀ ਜ਼ਿਆਦਾ ਹੋ ਜੇ ਜਾਂ ਦਬਾਅ ਪੈ ਜੇ। ਦਾ ਇਗਨੀਅਸ ਰੌਕਸ ਐਜ਼ ਵੈਲ ਐਜ਼ ਸੈਡੀਮੈਂਟਰੀ ਰੌਕਸ ਅੰਡਰਗੋ ਏ ਚੇਂਜ ਇਨ ਦੇਅਰ ਫੋਰਮ। ਰੌਕਸ ਟੂ ਟਰਾਂਸਫੋਰਮ ਆਰ ਨਾਊਨ ਐਜ਼ ਮੈਟਾਮੋਰਫਿਕ। ਜੋ ਮੈਟਾਮੋਰਫਿਕ ਸ਼ਬਦ ਹੈ ਇਹ ਦੋ, ਜੋ ਮੈਟਾਮੋਰਫਿਕ ਸ਼ਬਦ ਹੈ ਇਹ ਸਾਡਾ ਮੈਟਾ ਅਤੇ ਮੈਟਾਮੋਰਫਿਕ ਸ਼ਬਦ ਗ੍ਰੀਕ ਯੂਨਾਨ ਭਾਸ਼ਾ ਦੇ ਦੋ ਸ਼ਬਦਾਂ ਮੈਟਾ ਭਾਵ ਬਦਲਾਓ, ਮਾਰਕ ਭਾਵ ਰੂਪ ਦੇ ਵਿੱਚ ਬਦਲਾਓ ਆ ਜਾਣਾ, ਜਾਂ ਸਖਤ ਹੋ ਜਾਣਾ ਜ਼ਿਆਦਾ ਜਾਂ ਨਰਮ ਹੋ ਜਾਣਾ, ਉਹਨਾਂ ਨੂੰ ਅਸੀਂ ਰੂਪਾਂਤਰਿਤ ਚਟਾਨਾਂ ਕਹਿੰਦੇ ਹਾਂ। ਜਿਵੇਂ ਮੂਲ ਅਗਨੀ ਚਟਾਨ ਹੈਗੀ ਅਤੇ ਬਣਿਆ ਕੀ, ਗ੍ਰੇਨਾਈਟ ਤੋਂ ਕੀ ਬਣ ਗਿਆ, ਨਾਈਸ। ਅਬਰਕ ਤੋਂ ਕੀ ਬਣ ਗਿਆ, ਸਿਸਟ। ਗ੍ਰੇਨਾਈਟ ਤੋਂ ਨੀਸ ਬਣਿਆ ਅਤੇ ਮਾਈਕਾ ਤੋਂ ਕੀ ਬਣਿਆ, ਸਿਸਟ। ਭਾਵ ਮੂਲ ਅਗਨੀ ਚਟਾਨ ਤੋਂ ਇਹ ਬਣ ਗਈ ਰੂਪਾਂਤਰਿਤ ਚਟਾਨ। ਫਿਰ ਮੂਲ ਤਹਿਦਾਰ ਤੋਂ ਰੂਪਾਂਤਰਿਤ। ਚੂਨਾ ਪੱਥਰ ਲਾਈਮਸਟੋਨ ਤੋਂ ਕੀ ਬਣ ਜਾਂਦਾ ਗਾ, ਮਾਰਬਲ। ਪੀਟ ਤੋਂ ਕੀ ਬਣ ਜਾਂਦਾ, ਕੋਲਾ। ਕਿਉਂਕਿ ਕੋਲੇ ਦੀਆਂ ਚਾਰ ਕਿਸਮਾਂ ਨੇਗੀਆਂ, ਐਂਥਰੇਸਾਈਟ, ਬਿਟੂਮਿਨਸ, ਲਿਗਨਾਈਟ ਅਤੇ ਪੀਟ। ਸਭ ਤੋਂ ਵਧੀਆ ਕਿਸਮ ਐਂਥਰੇਸਾਈਟ ਹੈ ਅਤੇ ਸਭ ਤੋਂ ਮਾੜੀ ਕਿਸਮ ਕਿਹੜੀ ਆ, ਪੀਟ। ਤਾਂ ਪੀਟ ਤੋਂ ਵੀ ਜੋ ਪੀਟ ਹੈ ਕੋਲੇ ਦੀ ਕਿਸਮ, ਉਸ ਤੋਂ ਵਧੀਆ ਕਿਸਮ ਦਾ ਕੋਲਾ ਬਣ ਜਾਂਦਾ ਹੈ। ਅਬਰਕ ਕਿਸ ਪ੍ਰਕਾਰ ਦਾ ਖਣਿਜ ਹੈ, ਇਹ ਕਿਹੜੇ ਕੰਮ ਆਉਂਦਾ ਹੈ। ਵਟ ਕਾਈਂਡ ਆਫ ਮਿਨਰਲ ਇਜ਼ ਮਾਈਕਾ, ਫॉर ਵਟ ਪਰਪਸ ਇਜ਼ ਇਟ ਯੂਜ਼ਡ। ਅਬਰਕ ਅਧਾਤਮਿਕ ਖਣਿਜ ਹੈ। ਮਾਈਕਾ ਇਜ਼ ਅ ਨਾਨ ਮੈਟਾਲਿਕ ਮਿਨਰਲ। ਇਸ ਦੀ ਵਰਤੋਂ ਬਿਜਲੀ ਦਾ ਸਮਾਨ, ਰੰਗ ਰੋਗਨ, ਰਡਾਰ, ਰਬੜ ਕਾਗਜ਼, ਹਵਾਈ ਜਹਾਜ਼ ਆਦਿ ਬਣਾਉਣ ਵਿੱਚ ਕੀਤੀ ਜਾਂਦੀ ਹੈ। ਦਿਸ ਮਿਨਰਲ ਇਜ਼ ਯੂਜ਼ਡ ਇਨ ਮੇਕਿੰਗ ਇਲੈਕਟ੍ਰੀਕਲ ਗੁਡਸ। ਬਿਜਲੀ ਦਾ ਸਮਾਨ ਕਿਉਂਕਿ ਇਹ ਬਿਜਲੀ ਦਾ ਕੁਚਾਲਕ ਹੈ, ਇਸ ਦੇ ਵਿੱਚ ਕਰੰਟ ਨਹੀਂ ਲੰਘਦਾ। ਪੇਂਟਸ, ਰਡਾਰ, ਰਬੜ, ਪੇਪਰ, ਐਰੋਪਲੇਨ ਸਾਰੇ ਕਿਤੇ ਇਸ ਦੀ ਵਰਤੋਂ ਹੁੰਦੀ ਹੈ। ਤਰਲ ਸੋਨਾ ਕਿਸ ਨੂੰ ਆਖਦੇ ਹਨ, ਇਸ ਬਾਰੇ ਸੰਖੇਪ ਜਾਣਕਾਰੀ ਦਿਓ। ਵਿਚ ਮਿਨਰਲ ਇਜ਼ ਕਾਲਡ ਲਿਕੁਇਡ ਗੋਲਡ, ਗਿਵ ਬਰੀਫ ਇੰਟਰੋਡਕਸ਼ਨ। ਖਣਿਜ ਤੇਲ ਜਾਂ ਪੈਟਰੋਲੀਅਮ ਨੂੰ ਜ਼ਿਆਦਾ ਵਰਤੋਂ ਅਤੇ ਮਹੱਤਤਾ ਕਰਕੇ ਤਰਲ ਸੋਨਾ ਆਖਦੇ ਹਨ। ਇਹ ਬਨਸਪਤੀ, ਮਰੇ ਹੋਏ ਜੀਵ ਜੰਤੂਆਂ ਅਤੇ ਪਰਤਦਾਰ ਚਟਾਨਾਂ ਜੋ ਅਸੀਂ ਪੜ੍ਹਿਆ ਸੈਡੀਮੈਂਟਰੀ ਰੌਕਸ, ਉਹਨਾਂ ਵਿੱਚ ਪਾਏ ਜਾਂਦੇ ਨੇ। ਮਿਨਰਲ ਆਇਲ ਔਰ ਪੈਟਰੋਲੀਅਮ ਇਜ਼ ਕਾਲਡ ਲਿਕੁਇਡ ਗੋਲਡ ਡਿਊ ਟੂ ਇਟਸ ਹਾਈ ਯੂਜ਼ੇਜ ਐਂਡ ਇੰਪੋਰਟੈਂਸ। ਦਿਸ ਵੈਜੀਟੇਸ਼ਨ ਇਜ਼ ਫਾਰਮਡ ਓਵਰ ਮਿਲੀਅਨਸ ਆਫ ਈਅਰਸ ਬਾਈ ਬੀਇੰਗ ਬਰੀਡ ਬਿਟਵੀਨ ਦ ਲੇਅਰਸ ਆਫ ਡੈਡ ਐਨੀਮਲ। ਜੋ ਜੰਗਲੀ ਜਾਨਵਰ, ਪੇੜ ਪੌਦੇ ਖਤਮ ਹੋ ਜਾਂਦੇ ਨੇ, ਭਾਵ ਜਾਂ ਮਰ ਜਾਂਦੇ ਨੇ ਜੋ ਸਾਡੇ ਜੰਗਲੀ ਜਾਨਵਰ, ਉਹ ਪਰਤਦਾਰ ਚਟਾਨਾਂ ਵਿੱਚ ਜਮ੍ਹਾਂ ਹੋ ਜਾਂਦੇ ਨੇ, ਜੋ ਲੱਖਾਂ ਕਰੋੜਾਂ ਸਾਲਾਂ ਬਾਅਦ ਜਿਨ੍ਹਾਂ ਤੋਂ ਤਰਲ ਸੋਨਾ, ਜਿਨ੍ਹਾਂ ਤੋਂ ਖਣਿਜ ਤੇਲ ਬਣ ਜਾਂਦਾ ਹੈ। ਧਰਤੀ 'ਤੇ ਮਿੱਟੀ ਦੀ ਕੀ ਮਹੱਤਤਾ ਹੈ, ਇਸ ਦੇ ਬਾਰੇ ਲਿਖੋ। ਰਾਈਟ ਡਾਊਨ ਦਾ ਇੰਪੋਰਟੈਂਸ ਆਫ ਦਾ ਸੋਇਲ। ਮਿੱਟੀ ਇੱਕ ਮਹੱਤਵਪੂਰਨ ਭੂਮੀ ਸਾਧਨ ਹੈ। ਸੋਇਲ ਇਜ਼ ਅ ਵੈਰੀ ਇੰਪੋਰਟੈਂਟ ਲੈਂਡ ਰਿਸੋਰਸ।
ਉਪਜਾਊ ਮਿੱਟੀ ਦੇਸ਼ ਦੀ ਵੱਡੀ ਸੰਪत्ति ਹੈ। ਇਹ ਪਤਾ ਹੀ ਹੈ ਸਾਨੂੰ, ਫਰਟਾਈਲ ਸੋਇਲ ਇਜ਼ ਗ੍ਰੇਟ ਐਸੈਟ ਆਫ ਦਾ ਕੰਟਰੀ। ਜਿਸ ਦੇਸ਼ ਦੀ ਭੂਮੀ ਉਪਜਾਊ ਹੈ ਸਭ ਤੋਂ ਅਮੀਰ ਹੈ। ਉਪਜਾਊ ਮਿੱਟੀ ਦੇ ਸਦਕਾ ਹੀ ਭਾਰਤ ਇੰਨੀ ਵਸੋਂ ਲਈ ਭੋਜਨ ਪੈਦਾ ਕਰ ਸਕਿਆ। ਜੇ ਭਾਰਤ ਦੀ ਮਿੱਟੀ ਉਪਜਾਊ ਹੈ ਤਾਂ ਇਹਦੇ ਕਰਕੇ ਹੀ ਉਹ ਇਸ ਦੀ ਗੱਲ ਕਰੀਏ ਲੋਕਡਾਊਨ ਦੇ ਦੌਰਾਨ ਵੀ ਇਸ ਉਪਜਾਊ ਮਿੱਟੀ ਦੇ ਸਦਕਾ ਹੀ ਭਾਰਤ ਇੰਨੀ ਵਸੋਂ ਲਈ ਭੋਜਨ ਪੈਦਾ ਕਰ ਸਕਿਆ ਹੈ। ਡਿਊ ਟੂ ਫਰਟਾਈਲ ਸੋਇਲ ਇੰਡੀਆ ਹੈਜ਼ ਬੀਨ ਏਬਲ ਟੂ ਪ੍ਰੋਡਿਊਸ ਫੂਡ ਫॉर ਸੱਚ ਏ ਲਾਰਜ ਪਪੂਲੇਸ਼ਨ। ਇਸ ਤੋਂ ਬਾਅਦ ਵੱਡਾ ਕੁਐਸਚਨ ਆ ਗਿਆ, ਧਰਤੀ 'ਤੇ ਮਿਲਣ ਵਾਲੀਆਂ ਚਟਾਨਾਂ ਬਾਰੇ ਵਿਸਤਾਰ ਨਾਲ ਲਿਖੋ। ਸਭ ਤੋਂ ਪਹਿਲਾਂ ਜੋ ਅਸੀਂ ਕੁਐਸਚਨ ਪੜ੍ਹਿਆ ਹੈ ਅਗਨੀ ਚਟਾਨਾਂ, ਫਿਰ ਅਸੀਂ ਪੜ੍ਹਿਆ ਸੀਗਾ ਤਹਿਦਾਰ ਚਟਾਨਾਂ, ਅਤੇ ਫਿਰ ਅਸੀਂ ਪੜ੍ਹਿਆ ਸੀਗਾ ਰੂਪਾਂਤਰਿਤ ਚਟਾਨਾਂ। ਜੋ ਇਹ ਕੁਐਸਚਨ ਨੇ ਤੁਸੀਂ ਪੂਰੇ ਦਾ ਪੂਰਾ ਬਣਾ ਕੇ ਇੱਥੇ ਲਿਖ ਸਕਦੇ ਹੋ, ਜਿਸ ਨਾਲ ਤੁਹਾਡਾ ਪਹਿਲਾ ਕੁਐਸਚਨ ਹੋ ਜਾਵੇਗਾ। ਅਤੇ ਜਿਸ ਦੇ ਵਿੱਚ ਅਸੀਂ ਨੇ ਪਹਿਲਾਂ ਪੜ੍ਹਿਆ ਸੀਗਾ ਅਗਨੀ ਚਟਾਨਾਂ ਬਾਰੇ, ਫਿਰ ਅਸੀਂ ਪੜ੍ਹਿਆ ਸੀ ਤਹਿਦਰ ਚਟਾਨਾਂ ਬਾਰੇ, ਅਤੇ ਫਿਰ ਅਸੀਂ ਪੜ੍ਹਿਆ ਸੀ ਰੂਪਾਂਤਰਿਤ ਚਟਾਨਾਂ ਬਾਰੇ। ਸਾਰਾ ਕੁਝ ਤੁਸੀਂ ਉਹੀ ਕੁਐਸਚਨ ਇੱਥੇ ਲਿਖ ਸਕਦੇ ਹੋ, ਜਿਸ ਨਾਲ ਤੁਹਾਡਾ ਆਨਸਰ ਵੱਡਾ ਹੋ ਜਾਏਗਾ। ਅਗਲਾ ਕੁਐਸਚਨ, ਖਣਿਜ ਪਦਾਰਥ ਕਿਸ ਨੂੰ ਕਹਿੰਦੇ ਹਨ? ਸਾਡੀ ਧਰਤੀ 'ਤੇ ਕਿਹੜੇ ਖਣਿਜ ਪਦਾਰਥ ਮਿਲਦੇ ਹਨ, ਇਹਨਾਂ ਦਾ ਵਰਗੀਕਰਨ ਕਰੋ। ਕਿਸੇ ਇੱਕ ਧਾਤਵੀ ਖਣਿਜ ਬਾਰੇ ਜਾਣਕਾਰੀ ਵੀ ਦਿਓ। ਖਣਿਜ ਪਦਾਰਥ, ਚਟਾਨਾਂ ਬਣਾਉਣ ਵਾਲੇ ਪਦਾਰਥ ਨੂੰ ਖਣਿਜ ਪਦਾਰਥ ਕਹਿੰਦੇ ਹਨ। ਜਿਨ੍ਹਾਂ ਤੋਂ ਚਟਾਨਾਂ ਦਾ ਨਿਰਮਾਣ ਬਣਦਾ ਹੈ ਉਹਨਾਂ ਨੂੰ ਅਸੀਂ ਖਣਿਜ ਪਦਾਰਥ ਕਹਿੰਦੇ ਹਾਂ। ਦਾ ਮਟੀਰੀਅਲ ਫਾਰਮਿੰਗ ਰੌਕ ਇਜ਼ ਨਾਊਨ ਐਜ਼ ਮਿਨਰਲ। ਇਹਨਾਂ ਖਣਿਜਾਂ ਨੂੰ ਤਿੰਨ ਵਰਗਾਂ ਵਿੱਚ, ਸਭ ਤੋਂ ਪਹਿਲਾਂ ਧਾਤਵੀ ਮੈਟਾਲਿਕ, ਜਿਨ੍ਹਾਂ ਵਿੱਚ ਧਾਤ ਅੰਸ਼ ਦਾ ਮਿਨਰਲਸ ਦੈਟ ਕੰਟੇਨ ਦਾ ਮੈਟਲ ਕੰਟੈਂਟਸ, ਲੋਹਾ ਆਇਰਨ, ਤਾਂਬਾ ਕਾਪਰ, ਟਿਨ ਐਲੂਮੀਨੀਅਮ, ਸੋਨਾ ਗੋਲਡ, ਚਾਂਦੀ ਸਿਲਵਰ। ਇਹ ਸਾਰੇ ਕਿਹੜੇ ਨੇ ਸਾਡੇ ਮੈਟਾਲਿਕ ਮੈਟਲਸ ਦਾ ਧਾਤਵੀ ਖਣਿਜ ਨੇ। ਅਧਾਤਵੀ ਨੋਨ ਮੈਟਾਲਿਕ, ਇਸ ਵਿੱਚ ਧਾਤ ਅੰਸ਼ ਨਹੀਂ ਹੁੰਦਾ। ਸਲਫਰ, ਅਬਰਕ, ਮੇਨ ਗੱਲ ਤੁਸੀਂ ਅਬਰਕ ਰੱਖਿਓ। ਅਬਰਕ ਜੋ ਅਬਰਕ ਹੈ ਇਹ ਅਧਾਤੂ ਹੈ, ਧਾਤੂ ਨਹੀਂ, ਕਿਉਂਕਿ ਇਸ ਦੇ ਵਿੱਚ ਦੀ ਜੋ ਇਹ ਤਾਪ ਦਾ ਇਹ ਬਿਜਲੀ ਦਾ ਕੁਚਾਲਕ ਹੈ। ਬਿਜਲੀ ਦਾ ਕੁਚਾਲਕ ਹੋਣ ਕਰਕੇ ਤਾਂ ਅਸੀਂ ਇਸ ਨੂੰ ਧਾਤੂ ਕਿਵੇਂ ਕਹਿ ਸਕਦੇ ਹਾਂ। ਸਭ ਤੋਂ ਵੱਡੀ ਗੱਲ ਤਾਂ ਇਹੀ ਹੈ ਕਿ ਜੋ ਅਬਰਕ ਹੈ ਇੱਕ ਅਧਾਤੂ ਖਣਿਜ ਪਦਾਰਥ ਹੈ। ਸ਼ਕਤੀ ਸਾਧਨ ਐਨਰਜੀ ਮਿਨਰਲ, ਉਹ ਖਣਿਜ ਜਿਨ੍ਹਾਂ ਨਾਲ ਬਾਲਣ, ਸ਼ਕਤੀ, ਊਰਜਾ ਆਦਿ ਮਿਲਦੇ ਹਨ। ਦਾ ਮਿਨਰਲਸ ਡੈਟ ਪ੍ਰੋਡਿਊਸ ਫਿਊਲ ਐਂਡ ਐਨਰਜੀ, ਜਿਵੇਂ ਕੋਲਾ, ਪੈਟਰੋਲੀਅਮ, ਕੁਦਰਤੀ ਗੈਸ, ਬਿਜਲੀ। ਥੀਸ ਇੰਕਲੂਡ ਕੋਲ, ਪੈਟਰੋਲੀਅਮ, ਨੈਚੁਰਲ ਗੈਸ ਐਂਡ ਇਲੈਕਟ੍ਰੀਸਿਟੀ। ਤਾਂ ਅੱਗੇ ਲੋਹਾ, ਇਹ ਲੋਹੇ ਬਾਰੇ ਪੜ੍ਹਾਂਗੇ। ਲੋਹੇ ਦੀ ਵਰਤੋਂ ਇੱਕ ਛੋਟੇ ਕਿੱਲ ਤੋਂ ਲੈ ਕੇ ਵੱਡੇ ਸਾਗਰੀ ਬੇੜਿਆਂ ਤੱਕ ਹੁੰਦੀ ਹੈ। ਸਾਰੀ ਉਦਯੋਗਿਕ ਮਸ਼ੀਨਰੀ, ਰੇਲਾਂ, ਖੇਤੀ ਲਈ ਮਸ਼ੀਨਰੀ ਦਾ ਨਿਰਮਾਣ ਆਦਿ ਇਸੇ ਖਣਿਜ 'ਤੇ ਆਧਾਰਿਤ ਹਨ। ਆਇਰਨ ਇਜ਼ ਯੂਜ਼ਡ ਇਨ ਸਮਾਲੈਸਟ ਨੇਲ ਟੂ ਦਾ ਲਾਰਜੈਸਟ ਸ਼ਿਪਸ, ਛੋਟੀ ਜਿਹੀ ਮੇਖ ਤੋਂ ਲੈ ਕੇ ਵੱਡੇ ਜਹਾਜ਼ਾਂ ਤੱਕ। ਦਾ ਮੈਨੂਫੈਕਚਰਿੰਗ ਆਫ ਹੋਲ ਆਫ ਦਾ ਇੰਡਸਟਰੀਅਲ ਮਸ਼ੀਨਰੀ, ਵਹੀਕਲਸ, ਰੇਲਸ, ਮਸ਼ੀਨਰੀ ਫੋਰ ਐਗਰੀਕਲਚਰ, ਆਲ ਇਜ਼ ਬੇਸਡ ਔਨ ਦਿਸ ਮਿਨਰਲ। ਸਾਰਾ ਕੁਝ ਇਸ 'ਤੇ ਹੀ ਨਿਰਭਰ ਕਰਦੇ ਹਨ। ਅਗਲਾ ਕੁਐਸਚਨ, ਵਾਟ ਆਰ ਦਾ ਮਿਨਰਲ ਫਿਊਲਸ, ਗਿਵ ਡਿਟੇਲਸ ਆਫ ਐਨੀ। ਸ਼ਕਤੀ ਸਾਧਨ ਕਿਸ ਨੂੰ ਆਖਦੇ ਹਨ? ਕਿਸੇ ਇੱਕ ਸ਼ਕਤੀ ਖਣਿਜ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ। ਉਹ ਖਣਿਜ ਜਿਨ੍ਹਾਂ ਨਾਲ ਕਾਰਖਾਨੇ, ਮੋਟਰ ਗੱਡੀਆਂ ਚੱਲਦੀਆਂ ਹਨ, ਸ਼ਕਤੀ ਸਾਧਨ ਅਖਵਾਉਂਦੇ ਹਨ। ਮਿਨਰਲਸ ਡੈਟ ਰਨ ਫੈਕਟਰੀਜ਼, ਮੋਟਰ ਵਹੀਕਲਸ ਆਰ ਕਾਲਡ ਐਨਰਜੀ ਮਿਨਰਲਸ ਸੱਚ ਐਜ਼ ਕੋਲ, ਖਣਿਜ ਤੇਲ, ਮਿਨਰਲ ਆਇਲ, ਕੁਦਰਤੀ ਗੈਸ, ਨੈਚੁਰਲ ਗੈਸ, ਇਹ ਸਾਰੇ ਹੀ ਸਾਡੇ ਸ਼ਕਤੀ ਦੇ ਸਾਧਨ ਹਨ। ਕੋਲਾ ਪ੍ਰਮੁੱਖ ਸ਼ਕਤੀ ਸਾਧਨ ਹੈ, ਖਣਿਜ ਹੈ। ਕੋਲ ਇਜ਼ ਦਾ ਮੇਜਰ ਮਿਨਰਲ, ਕੋਲਾ ਉਦਯੋਗਾਂ ਦਾ ਆਧਾਰ ਹੈ। ਕੋਲ ਇਜ਼ ਦਾ ਬੇਸਿਸ ਆਫ ਇੰਡਸਟਰੀ, ਕੋਲ ਤੋਂ ਬਿਨਾਂ ਕੋਈ ਵੀ ਉਦਯੋਗ ਸਫਲ ਨਹੀਂ ਹੋ ਸਕਦਾ। ਜੋ ਕੋਲਾ ਹੈ ਇਸ 'ਤੇ ਹੀ ਜੋ ਸਾਰੇ ਉਦਯੋਗ ਨਿਰਭਰ ਕਰਦੇ ਹਨ। ਕੋਲੇ ਨਾਲ ਬਿਜਲੀ ਪੈਦਾ ਕਰਕੇ ਸ਼ਕਤੀ ਉਦਯੋਗਾਂ ਤੱਕ ਪਹੁੰਚਾਈ ਜਾਂਦੀ ਹੈ। ਸਭ ਤੋਂ ਮੇਨ ਗੱਲ ਕੀ ਹੈ, ਕੋਲੇ ਨਾਲ ਬਿਜਲੀ ਪੈਦਾ ਕੀਤੀ ਜਾਂਦੀ ਹੈ। ਪਾਵਰ ਇਜ਼ ਜਨਰੇਟਡ ਬਾਈ ਜਨਰੇਟਿੰਗ ਇਲੈਕਟ੍ਰੀਸਿਟੀ ਫਰੋਮ ਕੋਲ। ਕੋਲਾ ਜੰਗਲਾਂ ਦੀਆਂ ਡੂੰਘੀਆਂ ਪਰਤਾਂ ਵਿੱਚ ਦੱਬੇ ਰਹਿਣ ਧਰਤੀ ਦੀ ਗਰਮੀ ਅਤੇ ਉੱਪਰਲੇ ਤਹਿਾਂ ਦੇ ਭਾਰ ਕਾਰਨ ਬਣਦਾ ਹੈ। ਕੋਲ ਇਜ਼ ਫਾਊਂਡ ਬਾਈ ਬੀਇੰਗ ਬਰਨਡ ਇਨ ਦਾ ਡੀਪਰ ਲੇਅਰਸ ਆਫ ਦਾ ਫੋਰੈਸਟ ਬਾਈ ਇੰਟਰਨਲ ਹੀਟ ਆਫ ਦਾ ਅਰਥ ਐਂਡ ਦਾ ਪ੍ਰੈਸ਼ਰ ਆਫ ਦਾ ਅਪਰ ਲੇਅਰਸ। ਭਾਵ ਧਰਤੀ ਦੀ ਆਪਣੀ ਗਰਮੀ ਹੋ ਜਾਂਦੀ ਹੈ, ਇੱਕ ਪਾਸੇ ਧਰਤੀ ਥੱਲੋਂ ਧਰਤੀ ਦੀ ਗਰਮੀ, ਧਰਤੀ ਦੇ ਵਿੱਚ ਦਬ ਜਾਂਦੇ ਨੇ, ਤਾਂ ਉੱਪਰੋਂ
ਉੱਪਰੋਂ ਕੀ ਹੁੰਦਾ ਗਾ, ਉੱਪਰਲੇ ਤਹਿਾਂ ਦਾ ਭਾਰ, ਉੱਪਰਲੇ ਤਹਿਾਂ ਦਾ ਪ੍ਰੈਸ਼ਰ ਪੈ ਜਾਂਦਾ, ਤਾਂ ਉਸ ਦੇ ਵਿਚਕਾਰ ਜੋ ਉਹ ਸੜੇ ਗਲੇ ਪੌਦੇ ਹੁੰਦੇ ਹਨ ਉਹ ਨਪੀੜੇ ਜਾਂਦੇ ਨੇ, ਦੱਬੇ ਜਾਂਦੇ ਨੇ, ਜਿਨ੍ਹਾਂ ਤੋਂ ਅਖੀਰ ਦੇ ਵਿੱਚ ਲੱਖਾਂ ਕਰੋੜਾਂ ਸਾਲਾਂ ਵਿੱਚ ਕੋਲਾ ਬਣਦਾ ਹੈ। ਹੇਠਾਂ ਧਰਤੀ ਦੀ ਆਪਣੀ ਜੀਓਥਰਮਲ, ਧਰਤੀ ਦੀ ਆਪਣੀ ਗਰਮੀ ਹੁੰਦੀ ਹੈ, ਅਤੇ ਉੱਪਰੋਂ ਪ੍ਰੈਸ਼ਰ ਪੈ ਜਾਂਦਾ, ਅਤੇ ਗਰਮੀ, ਤਾਪ ਅਤੇ ਦਬਾਅ, ਹੀਟ ਐਂਡ ਪ੍ਰੈਸ਼ਰ ਦੇ ਕਾਰਨ ਗੋਲੇ ਦਾ ਨਿਰਮਾਣ ਹੁੰਦਾ ਹੈ। ਕੋਲਾ ਇੱਕ ਜੈਵਿਕ ਪਦਾਰਥ ਹੈ, ਇਹ ਤੁਹਾਨੂੰ ਪਤਾ ਹੀ ਹੈ। ਇਸ ਪ੍ਰਕਿਰਿਆ ਨੂੰ ਕਰੋੜਾਂ ਸਾਲ ਲੱਗ ਜਾਂਦੇ ਨੇ ਹਨ। ਦਿਸ ਪ੍ਰੋਸੈਸ ਟੇਕਸ ਮਿਲੀਅਨਸ ਆਫ ਈਅਰਸ। ਇਸ ਲਈ ਇਸ ਨੂੰ ਸਹਿਜ ਨਾਲ ਵਰਤਣਾ ਚਾਹੀਦਾ ਹੈ। ਸੋ ਇਟ ਸ਼ੁੱਡ ਬੀ ਯੂਜ਼ਡ ਵਿਦ ਈਜ਼। ਇਸ ਨੂੰ ਮਤਲਬ ਇਸ ਦੀ ਬਰਬਾਦੀ ਨਹੀਂ ਕਰਨੀ ਚਾਹੀਦੀ। ਭਾਰਤ ਸੰਸਾਰ ਦਾ 5% ਕੋਲਾ ਉਤਪਾਦਨ ਕਰਦਾ ਹੈ। ਇੰਡੀਆ ਪ੍ਰੋਡਿਊਸਿਸ 5% ਆਫ ਦਾ ਵਰਲਡ ਕੋਲ। ਭਾਰਤ ਵਿੱਚ ਦਮੋਦਰ ਘਾਟੀ, ਮੱਧ ਪ੍ਰਦੇਸ਼ ਆਦਿ ਰਾਜਾਂ ਵਿੱਚੋਂ ਕੋਲਾ ਮਿਲਦਾ ਹੈ। ਕੋਲ ਇਜ਼ ਫਾਊਂਡ ਇਨ ਦਮੋਦਰ ਵੈਲੀ ਨੀਅਰ ਉੜੀਸਾ, ਮੱਧ ਪ੍ਰਦੇਸ਼ ਐਂਡ ਅਦਰ ਸਟੇਟਸ ਇਨ ਇੰਡੀਆ। ਇਹ ਸਾਰੇ ਸਾਡੇ ਕੋਲੇ ਦੇ ਖੇਤਰ ਹਨ। ਅਤੇ ਇੱਥੇ ਗਲਤੀ ਨਾਲ ਲਿਖਿਆ ਗਿਆ ਇੱਕ, ਇੱਥੇ 5 6 7 8 ਬਿਲਕੁਲ ਬਰਾਬਰ ਬਰਾਬਰ ਕਰ ਲਿਓ। ਥੋੜ੍ਹਾ ਟਾਈਪਿੰਗ ਕਰਨ ਵੇਲੇ ਮੈਥੋਂ ਮਿਸਟੇਕ ਹੋ ਗਈ, ਤਾਂ ਇੱਥੇ 5 6 7 8 ਨੰਬਰ ਕਰ ਲਿਓ। ਭਾਰਤ ਵਿੱਚ ਪਾਈ ਜਾਣ ਵਾਲੀ ਮਿੱਟੀ ਦੀਆਂ ਕਿਸਮਾਂ ਬਾਰੇ ਵਿਸਥਾਰ ਨਾਲ ਲਿਖੋ। ਰਾਈਟ ਇਨ ਡਿਟੇਲ ਅਬਾਊਟ ਸੋਇਲ ਅਵੇਲੇਬਲ ਇਨ ਇੰਡੀਆ। ਮਿੱਟੀ ਇੱਕ ਮਹੱਤਵਪੂਰਨ ਭੂਮੀ ਸਾਧਨ ਹੈ। ਭਾਰਤ ਵਿੱਚ 6 ਪ੍ਰਕਾਰ ਦੀ ਮਿੱਟੀ ਪਾਈ ਜਾਂਦੀ ਹੈ। ਸੋਇਲ ਇਜ਼ ਵੈਰੀ ਇੰਪੋਰਟੈਂਟ ਲੈਂਡ ਰਿਸੋਰਸ। ਦੇਅਰ ਆਰ 6 ਟਾਈਪਸ ਆਫ ਸੋਇਲ ਇਨ ਇੰਡੀਆ। ਸਭ ਤੋਂ ਪਹਿਲਾਂ ਜਲੋੜ੍ਹ ਐਲੂਵੀਅਲ ਸੋਇਲ। ਇਸ ਮਿੱਟੀ ਦਾ ਨਿਰਮਾਣ ਦਰਿਆਵਾਂ ਦੁਆਰਾ ਲਿਆਂਦੀ ਗਈ ਮਹੀਨ ਗੰਧ ਦੇ ਨਿਖੇਪਣ ਨਾਲ ਹੁੰਦਾ ਹੈ। ਐਲੂਵੀਅਲ ਸੋਇਲ ਇਜ਼ ਫਾਰਮਡ ਡਿਊ ਟੂ ਡਿਪੋਜੀਸ਼ਨ ਆਫ ਸੋਇਲ ਕੈਰੀਡ ਆਊਟ ਬਾਈ ਰਿਵਰਸ। ਭਾਰਤ ਦੇ ਉੱਤਰੀ ਮੈਦਾਨ ਇਸ ਮਿੱਟੀ ਨਾਲ ਬਣੇ ਹਨ। ਜੋ ਭਾਰਤ ਦੇ ਉੱਤਰੀ ਮੈਦਾਨ ਨੇ, ਯੂਪੀ, ਬਿਹਾਰ, ਪੰਜਾਬ ਵੀ ਉੱਤਰੀ ਮੈਦਾਨਾਂ ਵਿੱਚ ਆ ਜਾਂਦਾ ਹੈ। ਸਾਰਿਆਂ ਦਾ ਨਿਰਮਾਣ ਜੋ ਨਦੀਆਂ ਨੇ ਇੱਥੇ, ਜਿਵੇਂ ਬਿਆਸ, ਸਤਲੁਜ, ਗੰਗਾ, ਜਮਨਾ, ਇਹਨਾਂ ਸਾਰਿਆਂ ਦੇ ਨਾਲ ਜੋ ਇਹ ਆਪਣੇ ਨਾਲ ਜੋ ਮਲਬਾ ਲੈ ਕੇ ਆਉਂਦੀਆਂ ਨੇ, ਉਹਨਾਂ ਦੇ ਜਮਾਂ ਨਾਲ ਇਹਨਾਂ ਦਾ ਨਿਰਮਾਣ ਹੋਇਆ। ਇਹ ਸੰਸਾਰ ਦੀ ਸਭ ਤੋਂ ਉਪਜਾਊ ਕਿਸਮ ਦੀ ਮਿੱਟੀ ਹੈ। ਦਿਸ ਇਜ਼ ਵਨ ਆਫ ਦਾ ਮੋਸਟ ਫਰਟਾਈਲ ਸੋਇਲ ਫਾਊਂਡ ਔਨ ਅਰਥ। ਇਸ ਵਿੱਚ ਕਣਕ, ਚਾਵਲ ਆਦਿ ਫਸਲਾਂ ਵਧੀਆ ਹੁੰਦੀਆਂ ਹਨ। ਕ੍ਰੌਪਸ ਲਾਈਕ ਵੀਟ, ਰਾਈਸ ਐਸੈਟਰਾ ਆਰ ਗਰੋਨ ਇਨ ਇਟ। ਕਾਲੀ ਮਿੱਟੀ, ਬਲੈਕ ਸੋਇਲ। ਇਸ ਮਿੱਟੀ ਦਾ ਨਿਰਮਾਣ ਜਵਾਲਾਮੁਖੀਆਂ ਨਾਲ ਹੋਇਆ ਹੈ। ਇਟ ਇਜ਼ ਮੇਡ ਅਪ ਆਫ ਵੋਲਕੈਨੋਜ਼। ਇਸ ਨੂੰ ਰੇਗੜ ਜਾਂ ਕਪਾਹੀ ਮਿੱਟੀ ਵੀ ਕਿਹਾ ਜਾਂਦਾ ਹੈ। ਦਿਸ ਇਜ਼ ਆਲਸੋ ਕਾਲਡ ਰੇਗੂਰ ਔਰ ਕਾਟਨ ਸੋਇਲ। ਇਹ ਮਿੱਟੀ ਕਪਾਹ ਦੀ ਖੇਤੀ ਲਈ ਢੁਕਵੀਂ ਹੈ। ਦਿਸ ਸੋਇਲ ਇਜ਼ ਸੁਟੇਬਲ ਫॉर ਕਾਟਨ ਕਲਟੀਵੇਸ਼ਨ। ਇਹ ਮਹਾਰਾਸ਼ਟਰ, ਮੱਧ ਪ੍ਰਦੇਸ਼ ਜਾਂ ਤਾਮਿਲਨਾਡੂ ਆਦਿ ਰਾਜਾਂ ਵਿੱਚ ਮਿਲਦੀ ਹੈ। ਇਟ ਇਜ਼ ਫਾਊਂਡ ਇਨ ਸਟੇਟਸ ਲਾਈਕ ਮਹਾਰਾਸ਼ਟਰ, ਮੱਧ ਪ੍ਰਦੇਸ਼, ਤਾਮਿਲਨਾਡੂ। ਇਹ ਕਾਲੀ ਮਿੱਟੀ ਕੀਤੀ ਨੰਬਰ 2। ਨੰਬਰ 3 ਲਾਲ ਮਿੱਟੀ, ਰੈੱਡ ਸੋਇਲ। ਇਹ ਮਿੱਟੀ ਅਗਨੀ ਚਟਾਨਾਂ ਤੋਂ ਬਣਦੀ ਹੈ। ਦਿਸ ਕਲੇ ਇਜ਼ ਫਾਰਮਡ ਫਰੋਮ ਇਗਨੀਅਸ ਰੌਕਸ। ਇਹ ਮਿੱਟੀ ਘੱਟ ਉਪਜਾਊ ਹੈ। ਦਿਸ ਸੋਇਲ ਇਜ਼ ਨੋਟ ਵੈਰੀ ਫਰਟਾਈਲ। ਇਹ ਤਾਮਿਲਨਾਡੂ, ਪੱਛਮੀ ਮਹਾਰਾਸ਼ਟਰ ਆਦਿ ਵਿੱਚ ਪਾਈ ਜਾਂਦੀ ਹੈ। ਇਟ ਇਜ਼ ਫਾਊਂਡ ਇਨ ਤਾਮਿਲਨਾਡੂ, ਵੈਸਟਰਨ ਮਹਾਰਾਸ਼ਟਰ ਐਸੈਟਰਾ। ਲਾਲ ਮਿੱਟੀ। ਇਸ ਤੋਂ ਅੱਗੇ ਸਾਡਾ ਆ ਗਿਆ ਮਿੱਟੀ ਲੈਟਰਾਈਟ। ਇਹ ਮਿੱਟੀ ਗਰਮ ਅਤੇ ਸਿੱਲੇ ਪ੍ਰਦੇਸ਼ਾਂ ਵਿੱਚ ਮਿਲਦੀ ਹੈ। ਦਿਸ ਸੋਇਲ ਇਜ਼ ਫਾਊਂਡ ਇਨ ਹੌਟ ਐਂਡ ਮੋਇਸਟ। ਭਾਵ ਗਰਮ ਵੀ ਹੋਵੇ ਅਤੇ ਉੱਥੇ ਨਮੀ ਵੀ ਹੋਵੇ, ਉੱਥੇ ਇਹ ਮਿੱਟੀ ਮਿਲਦੀ ਹੈ। ਲੋਕ ਸਾਈਡ ਦੀ ਜ਼ਿਆਦਾ ਮਾਤਰਾ ਕਰਕੇ ਇਸ ਦਾ ਰੰਗ ਲਾਲ ਹੁੰਦਾ ਹੈ। ਇਟ ਇਜ਼ ਰੈੱਡ ਇਨ ਕਲਰ ਡਿਊ ਟੂ ਇਟਸ ਹਾਈ ਕੰਟੈਂਟ ਆਫ ਆਇਰਨ ਆਕਸਾਈਡ। ਇਹ ਮਿੱਟੀ ਭਵਨ ਨਿਰਮਾਣ, ਜੋ ਅਸੀਂ ਇੱਟਾਂ ਵਗੈਰਾ ਵਰਤਦੇ ਹਾਂ, ਇੱਟਾਂ ਬਣਾਉਂਦੇ ਹਾਂ, ਉਸ ਦੇ ਲਈ ਇਹ ਮਿੱਟੀ ਬਹੁਤ ਹੀ ਵਧੀਆ ਹੈ, ਲੈਟਰਾਈਟ ਮਿੱਟੀ। ਦਿਸ ਕਲੇ ਇਜ਼ ਵੈਰੀ ਯੂਜ਼ਫੁਲ ਫॉर ਬਿਲਡਿੰਗ ਕੰਸਟਰਕਸ਼ਨ। ਇਹ ਪੱਛਮੀ ਘਾਟ, ਛੋਟਾ ਨਾਗਪੁਰ ਆਦਿ ਖੇਤਰਾਂ ਵਿੱਚ ਮਿਲਦੀ ਹੈ। ਇਟ ਇਜ਼ ਫਾਊਂਡ ਇਨ ਵੈਸਟਰਨ ਘਾਟ ਐਂਡ ਛੋਟਾ ਨਾਗਪੁਰ ਐਸੈਟਰਾ। ਖੁਸ਼ਕ ਰੇਤੀਲੀ ਮਿੱਟੀ, ਡਰਾਈ ਸੈਂਡੀ ਸੋਇਲ। ਇਹ ਮਿੱਟੀ ਰਾਜਸਥਾਨ ਅਤੇ ਗੁਜਰਾਤ ਵਿੱਚ ਮਿਲਦੀ ਹੈ। ਦਿਸ ਸੋਇਲ ਇਜ਼ ਫਾਊਂਡ ਇਨ ਰਾਜਸਥਾਨ ਐਂਡ ਗੁਜਰਾਤ। ਇਸ ਨੂੰ ਬਲੂਈ ਮਿੱਟੀ ਵੀ ਕਿਹਾ ਜਾਂਦਾ ਹੈ। ਦਿਸ ਸੋਇਲ ਇਜ਼ ਆਲਸੋ ਨੋਨ ਐਜ਼ ਡਸਟ ਸੋਇਲ। ਇਸ ਵਿੱਚ ਹਿਊਮਸ ਦੀ ਮਾਤਰਾ ਦੀ ਘਾਟ ਹੁੰਦੀ ਹੈ। ਇਟ ਲੈਕਸ ਹਿਊਮਸ। ਕਿਉਂਕਿ ਦੋ ਚੀਜ਼ਾਂ ਹੁੰਦੀਆਂ ਨੇ, ਇੱਕ ਖਣਿਜ ਪਦਾਰਥ ਅਤੇ ਇੱਕ ਹਿਊਮਸ। ਹਿਊਮਸ ਹੁੰਦਾ ਦਰਖਤਾਂ ਦੀ ਰਹਿੰਦ ਖੂੰਹਦ, ਸੜੇ ਹੋਏ ਪੱਤੇ, ਜੋ ਰਹਿੰਦ ਖੂੰਹਦ ਹੁੰਦੀ ਹੈ ਉਸ ਵਿੱਚ ਕੀੜੇ ਮਕੌੜੇ ਹੁੰਦੇ ਹਨ, ਉਸ ਨੂੰ ਅਸੀਂ ਮੱਲੜ ਜਾਂ ਹਿਊਮਸ ਕਹਿੰਦੇ ਹਾਂ। ਉਸ ਨੂੰ ਪੰਜਾਬੀ ਵਿੱਚ ਮੱਲੜ ਕਹਿੰਦੇ ਹਾਂ, ਮੱਲੜ ਦਾ। ਤਾਂ ਇਸ ਦੀ ਵੀ ਘਾਟ ਹੁੰਦੀ ਹੈ, ਤਾਂ ਕਰਕੇ ਇਹ ਮਿੱਟੀ ਖੁਸ਼ਕ ਹੁੰਦੀ ਹੈ।
ਪਰਬਤੀ ਮਿੱਟੀ ਹਿੱਲੀ ਸੋਇਲ, ਲੋਹ ਤੱਤਾਂ ਨਾਲ ਭਰਪੂਰ ਇਹ ਮਿੱਟੀ ਹਿਮਾਲਿਆ ਦੀ ਖੇਤਰਾਂ ਵਿੱਚ ਮਿਲਦੀ ਹੈ। ਰਿਚ ਇਨ ਐਲੀਮੈਂਟ ਆਫ ਆਇਰਨ, ਦਿਸ ਸੋਇਲ ਇਜ਼ ਫਾਊਂਡ ਮੇਨਲੀ ਇਨ ਹਿਮਾਲਿਆਸ। ਇਹ ਮਿੱਟੀ ਜੈਵਿਕ ਤੱਤਾਂ ਨਾਲ ਭਰਪੂਰ ਹੈ, ਕਿਉਂਕਿ ਇਹ ਮਿੱਟੀ ਦੇ ਉੱਤੇ ਕੀ ਹੁੰਦੇ ਨੇ, ਪੇੜ ਪੌਦੇ। ਤਾਂ ਪੇੜ ਪੌਦੇ ਕੀ ਹਨ, ਜੈਵਿਕ ਤੱਤ। ਜਦੋਂ ਪੇੜ ਪੌਦੇ ਪੱਟੇ ਜਾਂਦੇ ਹਨ ਜਾਂ ਪੱਤੇ ਝੜ ਜਾਂਦੇ ਹਨ ਤਾਂ ਸਰ ਇਹ ਮਿੱਟੀ ਦਾ ਨਿਰਮਾਣ ਹੁੰਦਾ ਹੈ। ਇਹ ਮਿੱਟੀ ਚਾਹ ਦੀ ਖੇਤੀ ਲਈ ਵਧੀਆ ਹੈ। ਤੁਹਾਨੂੰ ਕੁਐਸਚਨ ਆ ਜਾਏਗੀ ਚਾਹ ਦੀ ਖੇਤੀ ਲਈ ਕਿਹੜੀ ਮਿੱਟੀ ਵਧੀਆ, ਪਰਬਤੀ ਮਿੱਟੀ। ਦਿਸ ਸੋਇਲ ਇਜ਼ ਗੁੱਡ ਫॉर ਟੀ ਕਲਟੀਵੇਸ਼ਨ। ਇਸ ਤਰ੍ਹਾਂ ਅਸੀਂ ਅੱਜ ਪਾਰਟ ਨੰਬਰ 2 ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮੀਡੀਅਮ ਵਿੱਚ ਕੀਤੇ, ਅਤੇ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਬੱਚਿਆਂ ਨੂੰ ਸਮਝ ਆ ਜਾਣਗੇ।